हाँ जी, सत श्री अकाल जी ਅਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਫੈਕਟ ਪੰਜਾਬ ਉੱਤੇ। ਦੋਸਤੋ, ਅੱਜ ਤੋਂ 1 ਸਾਲ ਪਹਿਲਾਂ ਸਿੱਧੂ ਮੂਸੇਵਾਲਾ ਤੇ ਰੰਗਰੇਜ਼ ਸਿੱਧੂ ਵੱਲੋਂ ਪਾਪੀ ਗੀਤ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਦੀ ਲਾਈਨ ਵਿੱਚ ਕਲੀਓਪੈਟਰਾ ਦਾ ਜ਼ਿਕਰ ਕੀਤਾ ਗਿਆ ਸੀ। ਕਲੀਓਪੈਟਰਾ ਜਿਹੀ ਬਿਊਟੀ ਤੇਰੀ ਮਾਰਦੀ ਕਰੰਟ, ਮੇਰੇ ਯਾਰ ਖੜੇ ਪਿੱਛੇ ਜੱਟ ਸਾਂਭਦਾ ਫਰੰਟ। ਕਲੀਓਪੈਟਰਾ ਜੀ ਬਿਊਟੀ ਤੇਰੀ ਮਾਰਦੀ ਕਰੰਟ, ਮੇਰੇ ਯਾਰ ਖੜੇ ਪਿੱਛੇ ਜੱਟ ਸਾਂਭਦਾ ਫਰੰਟ। ਸੋ ਦੋਸਤੋ, ਅੱਜ ਅਸੀਂ ਇੱਕ ਅਜਿਹੀ ਔਰਤ ਦੀ ਹਿਸਟਰੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਅਰਬ ਇਲਾਕੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਜਿਸ ਦੀ ਚਰਚਾ ਅਕਸਰ ਹੀ ਗੀਤਾਂ, ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਦੇਖਣ ਨੂੰ ਮਿਲਦੀ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮਿਸਰ ਦੀ ਹਿਸਟਰੀ ਦੀ ਸਭ ਤੋਂ ਖੂਬਸੂਰਤ ਮਲਿਕਾ ਕਲੀਓਪੈਟਰਾ ਦੀ, ਜਿਸ ਨੇ ਲੰਬੇ ਸਮੇਂ ਤੱਕ ਕਾਫੀ ਸ਼ਾਨੋ ਸ਼ੌਕਤ ਦੇ ਨਾਲ ਮਿਸਰ ਦੀ ਰਿਆਸਤ ਉੱਪਰ ਰਾਜ ਕੀਤਾ ਸੀ। ਪਰ ਦੋਸਤੋ, ਹੈਰਾਨੀ ਦੀ ਗੱਲ ਇਹ ਹੈ ਕਿ ਕਲੀਓਪੈਟਰਾ ਦੇ ਮਸ਼ਹੂਰ ਹੋਣ ਦੀ ਵਜ੍ਹਾ ਉਸ ਦੀ ਖੂਬਸੂਰਤੀ ਜਾਂ ਫਿਰ ਮਿਸਰ ਦੀ ਰਿਆਸਤ 'ਤੇ ਰਾਜ ਕਰਨਾ ਨਹੀਂ ਸੀ, ਬਲਕਿ ਉਸ ਦੀ ਜ਼ਿੰਦਗੀ ਦੇ ਦੂਸਰੇ ਕਈ ਅਹਿਮ ਪਹਿਲੂ ਸਨ। ਇਸ ਮਲਿਕਾ ਨੇ ਜਿੱਥੇ ਇੱਕ ਤਰਫ ਹਕੂਮਤ ਹਾਸਲ ਕਰਨ ਲਈ ਆਪਣੇ ਸਕੇ ਦੋ ਭਰਾਵਾਂ ਨਾਲ ਵਿਆਹ ਕਰਵਾਇਆ, ਉੱਥੇ ਹੀ ਦੂਜੀ ਤਰਫ ਮੌਕਾ ਮਿਲਣ 'ਤੇ ਦੋਨੋਂ ਇਹਨਾਂ ਭਰਾਵਾਂ ਦਾ ਕਤਲ ਕਰਵਾ ਦਿੱਤਾ। ਇੰਨਾ ਹੀ ਨਹੀਂ ਬਲਕਿ ਮਿਸਰ ਦੀ ਇਸ ਹਸੀਨ ਮਲਿਕਾ ਨੇ ਅਜਿਹੇ ਕੰਮ ਕੀਤੇ ਜਿਨ੍ਹਾਂ ਨੂੰ ਸੁਣ ਤੁਸੀਂ ਆਪਣੇ ਕੰਨਾਂ ਉੱਪਰ ਹੱਥ ਰੱਖ ਲਵੋਗੇ। ਇਸ ਮਲਿਕਾ ਦੀ ਪ੍ਰਸਿੱਧੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇਸ ਨੂੰ ਗੁਜ਼ਰੇ 2000 ਸਾਲ ਤੋਂ ਵੱਧ ਹੋ ਚੁੱਕੇ ਹਨ, ਪਰ ਇਸ ਦੇ ਬਾਵਜੂਦ ਵੀ ਇਸ ਦੀ ਹਿਸਟਰੀ ਅਤੇ ਲਾਈਫਸਟਾਈਲ ਉੱਪਰ ਛਪੀਆਂ ਕਿਤਾਬਾਂ ਨੂੰ ਲੋਕ ਬੜੇ ਸ਼ੌਂਕ ਨਾਲ ਪੜ੍ਹਦੇ ਹਨ। ਕਲੀਓਪੈਟਰਾ ਉੱਪਰ ਕਈ ਫਿਲਮਾਂ ਅਤੇ ਟੀਵੀ ਸੀਰੀਜ਼ ਬਣ ਚੁੱਕੇ ਹਨ, ਪਰ ਦੋਸਤੋ 1963 'ਚ ਬਣਨ ਵਾਲੀ ਫਿਲਮ ਕਲੀਓਪੈਟਰਾ ਸਭ ਤੋਂ ਵੱਧ ਮਸ਼ਹੂਰ ਹੋਈ ਸੀ। 1963 'ਚ ਕਲੀਓਪੈਟਰਾ 'ਤੇ ਬਣਨ ਵਾਲੀ ਇਹ ਫਿਲਮ ਉਸ ਵੇਲੇ ਦੀ ਸਭ ਤੋਂ ਮਹਿੰਗੀ ਮੂਵੀ ਸਾਬਤ ਹੋਈ ਸੀ। ਇਸ ਫਿਲਮ ਦਾ ਬਜਟ ਉਸ ਵੇਲੇ $31 ਮਿਲੀਅਨ ਸੀ। ਇੰਡੀਅਨ ਕਰੰਸੀ 'ਚ ਦੇਖਿਆ ਜਾਵੇ ਤਾਂ 230 ਕਰੋੜ ਰੁਪਏ। ਦੋਸਤੋ, ਜੇਕਰ ਹੁਣ ਗੱਲ ਕਰੀਏ ਕਲੀਓਪੈਟਰਾ ਦੀ ਅਸਲੀ ਹਿਸਟਰੀ ਬਾਰੇ ਤਾਂ ਇੱਥੇ ਦੱਸ ਦਈਏ ਕਿ ਇਹ ਕਹਾਣੀ 2300 ਸਾਲ ਪੁਰਾਣੀ ਹੈ। ਇਹ ਕਹਾਣੀ ਉਸ ਵੇਲੇ ਸ਼ੁਰੂ ਹੋਈ ਜਦ 323 ਈਸਾ ਪੂਰਵ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਮੰਨੇ ਜਾਂਦੇ ਯੋਧੇ ਅਤੇ ਰਾਜੇ ਸਿਕੰਦਰ ਦੀ ਮੌਤ ਹੋਈ ਸੀ। ਸਿਕੰਦਰ ਦੀ ਮੌਤ ਤੋਂ ਬਾਅਦ ਉਸ ਦਾ ਕੋਈ ਵੀ ਜਿੰਦਾ ਵਾਰਿਸ ਮੌਜੂਦ ਨਹੀਂ ਸੀ। ਇਸੇ ਵਜ੍ਹਾ ਕਾਰਨ ਉਸ ਦੀ ਸਾਰੀ ਸਲਤਨਤ ਨੂੰ ਉਸ ਦੇ ਸਾਰੇ ਗਵਰਨਰਾਂ ਵੱਲੋਂ ਆਪਸ ਵਿੱਚ ਵੰਡ ਲਿਆ ਗਿਆ ਸੀ। ਇਸ ਤਰ੍ਹਾਂ ਮਿਸਰ ਦਾ ਸਾਰਾ ਇਲਾਕਾ ਸਿਕੰਦਰ ਦੇ ਵਫਾਦਾਰ ਗਵਰਨਰ ਪਟੋਲੈਮੀ ਦੇ ਹਿੱਸੇ ਆਇਆ। ਮਿਸਰ ਦੀ ਇਹ ਨਵੀਂ ਹਕੂਮਤ ਹੌਲੀ-ਹੌਲੀ ਸਮੇਂ ਦੇ ਨਾਲ ਕਮਜ਼ੋਰ ਹੁੰਦੀ ਗਈ। ਹੁਣ ਉਹ ਸਮਾਂ ਵੀ ਆ ਚੁੱਕਾ ਸੀ ਜਦ ਰੋਮ ਦੀ ਸਲਤਨਤ ਦੀ ਪਾਵਰ ਪੂਰੇ ਪੀਕ ਉੱਤੇ ਸੀ। ਜਦ ਮਿਸਰ ਦੀ ਕਮਜ਼ੋਰ ਹੋ ਚੁੱਕੀ ਹਕੂਮਤ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹ ਰੋਮ ਦੀ ਤਾਕਤ ਅੱਗੇ ਨਹੀਂ ਟਿਕ ਸਕਦੇ, ਤਾਂ ਮਿਸਰ ਦੀ ਹਕੂਮਤ ਨੇ ਲੜਨ ਦੀ ਥਾਂ ਰੋਮ ਦੀ ਸਰਕਾਰ ਨੂੰ ਖਜ਼ਾਨਾ ਦੇਣਾ ਸ਼ੁਰੂ ਕਰ ਦਿੱਤਾ। ਪਰ ਦੋਸਤੋ, ਕਾਫੀ ਸਮੇਂ ਬਾਅਦ ਜਦ ਕਲੀਓਪੈਟਰਾ ਦਾ ਪਿਤਾ ਮਿਸਰ ਦੀ ਰਾਜਗੱਦੀ 'ਤੇ ਬੈਠਿਆ ਤਾਂ ਉਸ ਸਮੇਂ ਮਿਸਰ ਦੀ ਸਲਤਨਤ ਰੋਮ ਨੂੰ ਆਪਣਾ ਖਜ਼ਾਨਾ ਦੇ ਕੇ ਕਾਫੀ ਜ਼ਿਆਦਾ ਕਰਜ਼ੇ ਵਿੱਚ ਡੁੱਬ ਚੁੱਕੀ ਸੀ। ਪਿਤਾ ਦੀ ਮੌਤ ਤੋਂ ਬਾਅਦ ਕਲੀਓਪੈਟਰਾ ਦੇ ਉਸਦੇ ਛੋਟੇ ਭਰਾ ਪਟੋਲੈਮੀ 13 ਮਿਸਰ ਸਲਤਨਤ ਦੇ ਵਾਰਿਸ ਬਣੇ। ਮਿਸਰ ਦਾ ਰਾਜ ਪ੍ਰਬੰਧ ਹੱਥ ਵਿੱਚ ਆਉਣ ਤੋਂ ਬਾਅਦ ਕਲੀਓਪੈਟਰਾ ਦੇ ਉਸਦੇ ਭਰਾ ਨੇ ਇੱਕ ਦੂਜੇ ਨਾਲ ਵਿਆਹ ਕਰਵਾ ਲਿਆ। ਭਰਾ ਤੇ ਭੈਣ ਦੇ ਆਪਸ ਵਿੱਚ ਵਿਆਹ ਬਾਰੇ ਸੁਣ ਤੁਸੀਂ ਕਾਫੀ ਹੈਰਾਨ ਹੁੰਦੇ ਹੋਵੋਗੇ, ਪਰ ਦੋਸਤੋ ਉਸ ਵੇਲੇ ਭਰਾ ਭੈਣ ਦੇ ਵਿਆਹ ਨੂੰ ਸਹੀ ਮੰਨਿਆ ਜਾਂਦਾ ਸੀ। ਇਹ ਕੰਮ ਇਸ ਲਈ ਕੀਤਾ ਜਾਂਦਾ ਸੀ ਤਾਂ ਕਿ ਵਿਆਹ ਤੋਂ ਬਾਅਦ ਇਹ ਸਲਤਨਤ ਕਿਸੇ ਹੋਰ ਦੇ ਹੱਥ ਜਾਣ ਦੀ ਥਾਂ ਪਰਿਵਾਰ ਦੇ ਮੈਂਬਰਾਂ ਕੋਲ ਹੀ ਰਹੇ। ਵਿਆਹ ਤੋਂ ਬਾਅਦ ਕਲੀਓਪੈਟਰਾ ਦੇ ਉਸਦੇ ਭਰਾ ਦੇ ਵਿਚਕਾਰ ਆਪਸ ਵਿੱਚ ਝਗੜਾ ਰਹਿਣ ਲੱਗਾ ਅਤੇ ਗੱਲ ਇੱਥੋਂ ਤੱਕ ਚਲੀ ਗਈ ਕਿ ਕਲੀਓਪੈਟਰਾ ਨੂੰ ਆਪਣੀ ਜਾਨ ਬਚਾ ਕੇ ਮਿਸਰ ਛੱਡ ਸੀਰੀਆ ਵੱਲ ਭੱਜਣਾ ਪਿਆ। ਉਧਰ ਦੋਸਤੋ, ਦੂਜੇ ਪਾਸੇ ਰੋਮ ਦਾ ਗਵਰਨਰ ਜੂਲੀਅਸ ਸੀਜ਼ਰ ਆਪਣੇ ਦੁਸ਼ਮਣ ਦੀ ਭਾਲ ਵਿੱਚ ਮਿਸਰ ਵਿੱਚ ਪਹੁੰਚਿਆ, ਪਰ ਜੂਲੀਅਸ ਦੇ ਦੁਸ਼ਮਣ ਨੂੰ ਕਲੀਓਪੈਟਰਾ ਦੇ ਭਰਾ ਨੇ ਪਹਿਲਾਂ ਹੀ ਮਾਰ ਕੇ ਸੁੱਟ ਦਿੱਤਾ। ਜਦ ਇਸ ਦੀ ਖਬਰ ਜੂਲੀਅਸ ਨੂੰ ਮਿਲੀ ਤਾਂ ਉਹ ਬਹੁਤ ਖੁਸ਼ ਹੋਇਆ ਅਤੇ ਉਸਨੇ ਮਿਸਰ ਵਿੱਚ ਥੋੜ੍ਹਾ ਸਮਾਂ ਰੁਕਣ ਦਾ ਪ੍ਰੋਗਰਾਮ ਬਣਾਇਆ। ਸੀਰੀਆ ਵਿੱਚ ਭੜਕਦੀ ਕਲੀਓਪੈਟਰਾ ਨੇ ਇਹ ਸਭ ਹੁੰਦਾ ਦੇਖ ਇੱਕ ਪਲਾਨ ਬਣਾਇਆ। ਕਲੀਓਪੈਟਰਾ ਲੁਕਦੀ ਲੁਕਾਉਂਦੀ ਜੂਲੀਅਸ ਸੀਜ਼ਰ ਦੇ ਕਮਰੇ ਵਿੱਚ ਪਹੁੰਚੀ ਅਤੇ ਕਲੀਓਪੈਟਰਾ ਨੇ ਆਪਣੀ ਸੁੰਦਰਤਾ ਦੇ ਨਾਲ ਜੂਲੀਅਸ ਸੀਜ਼ਰ ਨੂੰ ਮੋਹ ਲਿਆ। ਇਸ ਤਰ੍ਹਾਂ ਕਲੀਓਪੈਟਰਾ ਜੂਲੀਅਸ ਸੀਜ਼ਰ ਨੂੰ ਆਪਣਾ ਦੀਵਾਨਾ ਬਣਾ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲੱਗੀ। ਆਪਣੇ ਆਪ ਨੂੰ ਜੂਲੀਅਸ ਸੀਜ਼ਰ ਦੇ ਹਵਾਲੇ ਕਰਨ ਤੋਂ ਪਹਿਲਾਂ ਕਲੀਓਪੈਟਰਾ ਨੇ ਉਸ ਕੋਲ ਮੰਗ ਰੱਖੀ ਕਿ ਉਹ ਉਸ ਨੂੰ ਪਹਿਲਾਂ ਮਿਸਰ ਦਾ ਤਖਤ ਹਾਸਲ ਕਰਕੇ ਦੇਵੇ। ਜਦ ਕਲੀਓਪੈਟਰਾ ਦੇ ਭਰਾ ਨੂੰ ਕਲੀਓਪੈਟਰਾ ਤੇ ਜੂਲੀਅਸ ਸੀਜ਼ਰ ਦੇ ਬਾਰੇ ਪਤਾ ਚੱਲਿਆ ਤਾਂ ਉਸਨੇ ਜੰਗ ਦਾ ਐਲਾਨ ਕਰ ਦਿੱਤਾ। ਇਸ ਜੰਗ ਵਿੱਚ ਕਲੀਓਪੈਟਰਾ ਦਾ ਭਰਾ ਮਾਰਿਆ ਗਿਆ ਕਿਉਂਕਿ ਰੋਮ ਵਰਗੀ ਤਾਕਤਵਰ ਸਲਤਨਤ ਮੂਹਰੇ ਮਿਸਰ ਦਾ ਹਾਰਨਾ ਲਾਜ਼ਮੀ ਸੀ।
ਆਪਣੇ ਭਰਾ ਦੀ ਮੌਤ ਤੋਂ ਬਾਅਦ ਕਲੀਓਪੈਟਰਾ ਮਿਸਰ ਦੀ ਨਵੀਂ ਮਲਿਕਾ ਬਣੀ। ਪਰ ਦੋਸਤੋ, ਜਿਵੇਂ ਕਿ ਮਿਸਰ ਵਿੱਚ ਰਿਵਾਜ ਸੀ ਕਿ ਸਲਤਨਤ ਦੇ ਵਾਰਸਾਂ ਨੂੰ ਆਪਸ ਵਿੱਚ ਵਿਆਹ ਕਰਨਾ ਹੀ ਪੈਂਦਾ ਸੀ, ਤਾਂ ਇਹੀ ਮਜਬੂਰੀ ਵਿੱਚ ਕਲੀਓਪੈਟਰਾ ਨੂੰ ਆਪਣੇ ਦੂਸਰੇ ਛੋਟੇ ਭਰਾ ਦੇ ਨਾਲ ਵਿਆਹ ਕਰਨਾ ਪਿਆ। ਭਾਵੇਂ ਕਲੀਓਪੈਟਰਾ ਦਾ ਵਿਆਹ ਆਪਣੇ ਛੋਟੇ ਭਰਾ ਨਾਲ ਹੋ ਚੁੱਕਾ ਸੀ, ਪਰ ਉਹ ਆਪਣਾ ਜ਼ਿਆਦਾਤਰ ਸਮਾਂ ਜੂਲੀਅਸ ਸੀਜ਼ਰ ਨਾਲ ਹੀ ਗੁਜ਼ਾਰਦੀ ਸੀ। ਇਸ ਤਰ੍ਹਾਂ ਥੋੜਾ ਵਕਤ ਲੰਘਣ ਤੋਂ ਬਾਅਦ ਜੂਲੀਅਸ ਸੀਜ਼ਰ ਅਤੇ ਕਲੀਓਪੈਟਰਾ ਦੀ ਇੱਕ ਔਲਾਦ ਨੇ ਵੀ ਜਨਮ ਲਿਆ। ਇਸੇ ਸਮੇਂ ਦੌਰਾਨ ਜੂਲੀਅਸ ਸੀਜ਼ਰ ਨੂੰ ਇੱਕ ਜ਼ਰੂਰੀ ਮਿਸ਼ਨ ਦੇ ਲਈ ਵਾਪਸ ਰੋਮ ਜਾਣਾ ਪਿਆ। ਜੂਲੀਅਸ ਸੀਜ਼ਰ ਦੇ ਰੋਮ ਜਾਣ ਤੋਂ ਬਾਅਦ ਕਲੀਓਪੈਟਰਾ ਦੇ ਛੋਟੇ ਭਰਾ ਤੇ ਉਸ ਦੀ ਛੋਟੀ ਭੈਣ ਨੇ ਮਿਲ ਕੇ ਉਸ ਨੂੰ ਮਾਰਨ ਦਾ ਪਲਾਨ ਬਣਾਇਆ। ਪਰ ਦੋਸਤੋ, ਕਲੀਓਪੈਟਰਾ ਆਪਣੇ ਛੋਟੇ ਭੈਣ ਭਰਾ ਦੀ ਇਸ ਕਰਤੂਤ ਤੋਂ ਪਹਿਲਾਂ ਹੀ ਜਾਣੂ ਹੋ ਚੁੱਕੀ ਸੀ, ਜਿਸ ਦੀ ਵਜ੍ਹਾ ਕਾਰਨ ਕਲੀਓਪੈਟਰਾ ਨੇ ਬੜੀ ਚਲਾਕੀ ਦੇ ਨਾਲ ਆਪਣੇ ਛੋਟੇ ਭੈਣ ਭਰਾ ਨੂੰ ਖਾਣੇ ਵਿੱਚ ਜ਼ਹਿਰ ਮਿਲਾ ਕੇ ਮਾਰ ਦਿੱਤਾ। ਇਸ ਤਰ੍ਹਾਂ ਕਲੀਓਪੈਟਰਾ ਹੁਣ ਮਿਸਰ ਦੀ ਇਕਲੌਤੀ ਵਾਰਿਸ ਰਹਿ ਚੁੱਕੀ ਸੀ ਅਤੇ ਜਿਸ ਦੀ ਵਜ੍ਹਾ ਕਾਰਨ ਉਹ ਇਕੱਲੀ ਹੀ ਪੂਰੇ ਮਿਸਰ ਉੱਪਰ ਰਾਜ ਕਰਨ ਲੱਗੀ। ਆਪਣੇ ਸਾਰੇ ਰਸਤੇ ਸਾਫ਼ ਦੇਖ ਕਲੀਓਪੈਟਰਾ ਜੂਲੀਅਸ ਸੀਜ਼ਰ ਨੂੰ ਮਿਲਣ ਲਈ ਰੋਮ ਪਹੁੰਚੀ। ਜੂਲੀਅਸ ਸੀਜ਼ਰ ਅਤੇ ਕਲੀਓਪੈਟਰਾ ਦੇ ਆਪਸ ਵਿੱਚ ਸਬੰਧਾਂ ਨੂੰ ਦੇਖ ਰੋਮ ਦੇ ਵਜ਼ੀਰ ਅਤੇ ਜਰਨੈਲ ਬਿਲਕੁਲ ਖੁਸ਼ ਨਹੀਂ ਸਨ। ਉਹਨਾਂ ਦਾ ਮੰਨਣਾ ਸੀ ਕਿ ਜੂਲੀਅਸ ਇੱਕ ਔਰਤ ਨੂੰ ਹੱਦ ਤੋਂ ਵੱਧ ਤਰਜੀਹ ਦੇ ਰਿਹਾ ਹੈ ਅਤੇ ਕਲੀਓਪੈਟਰਾ ਨੂੰ ਹੀ ਉਹ ਰੋਮ ਦੀ ਮਲਿਕਾ ਬਣਾਉਣ ਨੂੰ ਫਿਰਦਾ ਹੈ। ਇਸ ਤਰ੍ਹਾਂ ਰੋਮ ਦੇ ਵਜ਼ੀਰਾਂ ਅਤੇ ਜਰਨੈਲਾਂ ਨੇ ਆਪਸ ਵਿੱਚ ਮਿਲ ਕੇ ਕਲੀਓਪੈਟਰਾ ਅਤੇ ਜੂਲੀਅਸ ਸੀਜ਼ਰ ਦੇ ਖਿਲਾਫ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਦਿਨ ਅਜਿਹਾ ਵੀ ਆਇਆ ਜਦ ਸਾਰੇ ਵਜ਼ੀਰਾਂ ਅਤੇ ਜਰਨੈਲਾਂ ਨੇ ਮਿਲ ਕੇ ਜੂਲੀਅਸ ਉੱਪਰ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਜੂਲੀਅਸ ਸੀਜ਼ਰ ਮਾਰਿਆ ਗਿਆ। ਜੂਲੀਅਸ ਸੀਜ਼ਰ ਦੀ ਮੌਤ ਤੋਂ ਬਾਅਦ ਕਲੀਓਪੈਟਰਾ ਨੂੰ ਇਹ ਡਰ ਸਤਾਉਣ ਲੱਗਾ ਕਿ ਕਿਤੇ ਉਸ ਨੂੰ ਅਤੇ ਉਸ ਦੇ ਬੇਟੇ, ਜੋ ਕਿ ਜੂਲੀਅਸ ਦੀ ਨਜਾਇਜ਼ ਔਲਾਦ ਸੀ, ਨੂੰ ਨਾ ਮਾਰ ਦਿੱਤਾ ਜਾਵੇ। ਇਹੀ ਵਜ੍ਹਾ ਕਾਰਨ ਕਲੀਓਪੈਟਰਾ ਨੇ ਇੱਕ ਨਵਾਂ ਪਲਾਨ ਬਣਾਇਆ। ਉਸਨੇ ਰੋਮ ਦੇ ਇੱਕ ਤਾਕਤਵਰ ਜਰਨੈਲ ਮਾਰਕ ਐਂਟੋਨੀ ਨਾਲ ਮੁਲਾਕਾਤ ਕੀਤੀ ਅਤੇ ਇਸ ਮੁਲਾਕਾਤ ਦੌਰਾਨ ਕਲੀਓਪੈਟਰਾ ਨੇ ਉਸ ਨੂੰ ਆਪਣਾ ਦੀਵਾਨਾ ਬਣਾ ਲਿਆ। ਇਸ ਤਰ੍ਹਾਂ ਕਲੀਓਪੈਟਰਾ ਨੇ ਮਾਰਕ ਐਂਟੋਨੀ ਅੱਗੇ ਸ਼ਰਤ ਰੱਖੀ ਕਿ ਉਹ ਉਸ ਦੇ ਬੇਟੇ ਨੂੰ ਰੋਮ ਦਾ ਅਗਲਾ ਬਾਦਸ਼ਾਹ ਬਣਨ ਵਿੱਚ ਮਦਦ ਕਰੇ। ਮਾਰਕ ਐਂਟੋਨੀ ਨੇ ਕਲੀਓਪੈਟਰਾ ਦੀ ਦੀਵਾਨਗੀ ਵਿੱਚ ਇਹ ਸ਼ਰਤ ਝੱਟ ਹੀ ਮੰਨ ਲਈ ਅਤੇ ਜੂਲੀਅਸ ਦੇ ਅਸਲੀ ਪੁੱਤਰ, ਜੋ ਕਿ ਅਸਲ ਵਿੱਚ ਰੋਮ ਦਾ ਬਾਦਸ਼ਾਹ ਬਣਨ ਦਾ ਹੱਕਦਾਰ ਸੀ, ਉਸ ਦੇ ਖਿਲਾਫ ਬਗਾਵਤ ਕਰ ਦਿੱਤੀ। ਪਰ ਦੋਸਤੋ, ਮਾਰਕ ਐਂਟੋਨੀ ਅਤੇ ਕਲੀਓਪੈਟਰਾ ਦੀ ਫੌਜ ਨੂੰ ਜੂਲੀਅਸ ਦੇ ਅਸਲੀ ਮੁੰਡੇ ਕੋਲੋਂ ਬੜੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਕਲੀਓਪੈਟਰਾ ਨੂੰ ਕੈਦੀ ਬਣਾ ਲਿਆ ਗਿਆ ਅਤੇ ਮਾਰਕ ਐਂਟੋਨੀ ਨੇ ਖੁਦਕੁਸ਼ੀ ਕਰ ਲਈ। ਕੈਦ ਹੋ ਜਾਣ ਤੋਂ ਬਾਅਦ ਕਲੀਓਪੈਟਰਾ ਵੀ ਆਪਣੀ ਹਾਰ ਨੂੰ ਬਰਦਾਸ਼ਤ ਨਾ ਕਰ ਸਕੀ ਅਤੇ ਅਖੀਰ ਉਸਨੇ ਸਿਰਫ 39 ਸਾਲ ਦੀ ਉਮਰ ਵਿੱਚ ਖੁਦਕੁਸ਼ੀ ਕਰ ਲਈ। ਕਲੀਓਪੈਟਰਾ ਦੀ ਖੁਦਕੁਸ਼ੀ ਨੂੰ ਲੈ ਕੇ ਇਤਿਹਾਸਕਾਰਾਂ ਵਿੱਚ ਥੋੜਾ ਬਹੁਤ ਮਤਭੇਦ ਦੇਖਣ ਨੂੰ ਮਿਲਦਾ ਹੈ। ਬਹੁਤੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਉਸਨੇ ਜ਼ਹਿਰ ਪੀ ਕੇ ਜਾਨ ਦਿੱਤੀ ਅਤੇ ਕਈਆਂ ਦਾ ਕਹਿਣਾ ਹੈ ਕਿ ਉਸਨੇ ਆਪਣੇ ਆਪ ਨੂੰ ਸੱਪ ਕੋਲੋਂ ਡੰਗ ਮਰਵਾ ਲਿਆ ਸੀ। ਦੋਸਤੋ, ਕਲੀਓਪੈਟਰਾ ਦੀ ਜ਼ਿੰਦਗੀ ਭਾਵੇਂ ਉਤਰਾ ਚੜ੍ਹਾਅ ਭਰੀ ਰਹੀ ਹੋਵੇ, ਪਰ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਇਤਿਹਾਸ ਦੀ ਇੱਕ ਤਾਕਤਵਰ ਮਲਿਕਾ ਸੀ। ਅੱਜ ਵੀ ਜਦ ਖੂਬਸੂਰਤ ਮਲਿਕਾਵਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਉਸ ਵਿੱਚ ਕਲੀਓਪੈਟਰਾ ਦਾ ਨਾਮ ਅਕਸਰ ਹੀ ਸੁਣਨ ਨੂੰ ਮਿਲਦਾ ਹੈ। ਇਤਿਹਾਸ ਦੇ ਮੁਤਾਬਿਕ ਕਲੀਓਪੈਟਰਾ ਨੂੰ ਇੱਕ ਫੈਸ਼ਨ ਆਈਕਨ ਦੇ ਤੌਰ ਤੇ ਵੀ ਦੇਖਿਆ ਜਾਂਦਾ ਸੀ। ਮਤਲਬ ਕਿ ਉਸ ਸਮੇਂ ਕਲੀਓਪੈਟਰਾ ਜਿਹੜੇ ਕੱਪੜੇ ਪਾਉਂਦੀ ਸੀ ਉਹ ਉਸ ਸਮੇਂ ਫੈਸ਼ਨ ਬਣ ਜਾਂਦੇ ਸਨ। ਉਸ ਦਾ ਇਹ ਪਹਿਰਾਵਾ ਮਿਸਰ ਦੇ ਕਲਚਰ ਵਿੱਚ ਸਦੀਆਂ ਤੱਕ ਦੇਖਣ ਨੂੰ ਵੀ ਮਿਲਦਾ ਹੈ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਵੀਡੀਓ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਫੈਕਟ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਤੁਸੀਂ ਸਾਨੂੰ ਹੋਰ ਨਵੀਆਂ ਅਪਡੇਟਸ ਲਈ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਸਕਦੇ ਹੋ। ਇੰਸਟਾਗ੍ਰਾਮ ਅਕਾਊਂਟ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ।